ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਪੜੋ ਸੁਣੋ ਨਿਤ ਪਾਈ। ਗੁਰ ਪੂਰੇ ਤੂੰ ਰਾਖਿਆ, ਗਾਵੋ ਪੜੋ ਸੁਣੋ ਨਿਤ ਪਾਈ। ਗੁਰ ਪੂਰੇ ਤੂੰ ਰਾਖਿਆ। ਵਾਹਿਗੁਰੂ ਸਾਹਿਬ ਜੀ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ਕਰੇ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਕਹਿ ਨਾਨਕ ਸੁਣੋ ਸੰਤੋ, ਕਥਿਓ ਅਕਥ ਕਹਾਣੀ। ਪਰਮ ਸਨਮਾਨਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਰੋਜ਼ਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਬਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ। ਆਪਣੀ ਰਸਨਾ ਨੂੰ ਕਰੀਏ ਪਵਿੱਤਰ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਆਨੰਦ ਸਾਹਿਬ ਜੀ ਦੇ ਵਿੱਚੋਂ ਲੜੀਵਾਰ 9 ਨੰਬਰ ਪਾਵਨ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਜਿਸ ਦੀ ਪਾਵਨ ਵਿਚਾਰ ਦੇ ਨਾਲ ਅਸੀਂ ਅੱਜ ਜੁੜਾਂਗੇ। ਇਸ ਤੋਂ ਪਹਿਲਾਂ 8 ਨੰਬਰ ਪਾਵਨ ਪੌੜੀ ਦੇ ਵਿਚਾਰ ਸਾਂਝੇ ਕੀਤੇ ਸੀ, ਜਿਸ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਉਸ ਨੂੰ ਹੀ ਦਾਤਾ ਦਿੰਦਾ ਹੈ, ਉਸ ਨੂੰ ਹੀ ਇਹ ਆਨੰਦ ਦੀ ਦਾਤ ਬਖਸ਼ਿਸ਼ ਕਰਦਾ ਹੈ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਤੁਰਨਾ ਸ਼ੁਰੂ ਕਰ ਦੇਵੇਗਾ, ਜਿਹੜਾ ਪ੍ਰਭੂ ਪਰਮੇਸ਼ਰ ਦੀ ਰਜ਼ਾ ਨੂੰ ਸਮਝੇਗਾ, ਜਿਹੜਾ ਉਹਦੇ ਹੁਕਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵੇਗਾ, ਜਿਹੜਾ ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੇਗਾ, ਉਹਦੇ ਜੀਵਨ ਦੇ ਵਿੱਚ ਹੀ ਇਹ ਆਨੰਦ ਸੁਖ ਜੀਵਨ 'ਚ ਟਿਕਾ ਆ ਜਾਵੇਗਾ। ਪਾਤਸ਼ਾਹ ਜੀ ਅੱਜ 9 ਨੰਬਰ ਪਾਵਨ ਪੌੜੀ ਵਿੱਚ ਸਾਨੂੰ ਸਿਫਤ ਸਲਾਹ ਕਰਨ ਵਾਸਤੇ, ਵਡਿਆਈਆਂ ਕਰਨ ਵਾਸਤੇ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਪਰ ਅਸਲ ਵਿੱਚ ਵਡਿਆਈਆਂ, ਸਿਫਤ ਸਲਾਹ, ਸਿਫਤਾਂ ਕਿਹੜੀਆਂ ਕਰਨੀਆਂ ਨੇ? ਕਿਉਂਕਿ ਅਸੀਂ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜਿਸ ਮਾਲਕ ਪ੍ਰਭੂ ਨੇ, ਵਾਹਿਗੁਰੂ ਨੇ ਸਾਨੂੰ ਪੈਦਾ ਕੀਤਾ ਹੈ, ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ, ਜਿਸ ਨੇ ਸਾਨੂੰ ਦਾਤਾਂ ਦਿੱਤੀਆਂ ਨੇ, ਅਸੀਂ ਉਸ ਮਾਲਕ ਦੀ ਸਿਫਤ ਸਲਾਹ ਨੂੰ ਛੱਡ ਕੇ, ਉਹਦੀਆਂ ਵਡਿਆਈਆਂ ਨੂੰ ਛੱਡ ਕੇ ਸੰਸਾਰ ਦੇ ਵਿੱਚ ਰਹਿ ਰਹੇ ਜੀਵਾਂ ਦੀਆਂ ਹੀ ਵਡਿਆਈਆਂ ਕਰੀ ਜਾ ਰਹੇ ਹਾਂ, ਮਨੁੱਖਾਂ ਦੀਆਂ ਸਿਫਤ ਸਲਾਹਾਂ ਕਰੀ ਜਾ ਰਹੇ ਹਾਂ। ਅਸੀਂ ਵਡਿਆਈਆਂ, ਸਿਫਤ ਸਲਾਹਾਂ ਕਿਹਨਾਂ ਦੀਆਂ ਕਰਦੇ ਹਾਂ? ਜਿਹੜੇ ਨਾਸ਼ਵੰਤ ਨੇ, ਜਿਹੜੇ ਸਦਾ ਰਹਿਣ ਵਾਲੇ ਨਹੀਂ ਹਨ। ਤੇ ਗੁਰੂ ਪਿਆਰ ਵਾਲਿਓ, ਫਿਰ ਸਾਡਾ ਜੀਵਨ ਵੀ ਨਾਸ਼ਵੰਤ ਹੀ ਬਣ ਜਾਂਦਾ ਹੈ। ਜੇਕਰ ਅਸੀਂ ਸਦਾ ਰਹਿਣ ਵਾਲੇ ਮਾਲਕ ਪ੍ਰਭੂ ਦੇ ਗੁਣ ਗਾਵਾਂਗੇ, ਉਹਦੀ ਸਿਫਤ ਸਲਾਹ ਕਰਾਂਗੇ, ਸਾਡਾ ਜੀਵਨ ਗੁਣਾ ਕਰਕੇ ਸਦਾ ਰਹਿਣ ਵਾਲਾ ਬਣ ਜਾਵੇਗਾ। ਤੇ ਪਾਤਸ਼ਾਹ ਜੀ ਨੇ ਬੜੇ ਪਿਆਰ ਦੇ ਨਾਲ ਸਾਨੂੰ ਆਵਾਜ਼ ਮਾਰਦੇ ਨੇ। ਮਾਲਕ ਜੀ ਬਚਨ ਕਰਦੇ ਨੇ, ਆਵੋ ਸੰਤ ਪਿਆਰਿਓ। ਮਾਲਕ ਜੀ ਕਹਿੰਦੇ ਨੇ, ਹੇ ਮੇਰੇ ਪਿਆਰੇ ਸੰਤ ਜਨੋ, ਆਵੋ। ਸਤਿਗੁਰੂ ਜੀ ਕੀ ਕਰਨਾ ਆ? ਅਕਥ ਕੀ ਕਰੇ ਕਹਾਣੀ। ਮਾਲਕ ਜੀ ਕਹਿੰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਜਿਹੜਾ ਅਕਥ ਹੈ, ਜਿਹੜਾ ਬੇਅੰਤ ਹੈ, ਜਿਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਆਓ ਰਲ ਮਿਲ ਕਰਕੇ ਉਸ ਅਕਥ ਪ੍ਰਭੂ ਦੀਆਂ ਕਹਾਣੀਆਂ ਇੱਕ ਦੂਜੇ ਨੂੰ ਸੁਣਾਈਏ, ਇੱਕ ਦੂਜੇ ਨੂੰ ਉਸ ਦੇ ਬਾਰੇ, ਉਹਦੀਆਂ ਸਿਫਤ ਸਲਾਹ ਦੀਆਂ ਗੱਲਾਂ ਬਾਤਾਂ ਸੁਣੀਏ ਤੇ ਸੁਣਾਈਏ। ਆਓ ਰਲ ਮਿਲ ਕੇ ਬੈਠਦੇ ਹਾਂ ਤੇ ਉਸ ਪ੍ਰਭੂ ਦੀਆਂ ਵਡਿਆਈਆਂ ਦੀਆਂ, ਸਿਫਤ ਸਲਾਹ ਦੀਆਂ ਗੱਲਾਂ ਬਾਤਾਂ ਕਰਦੇ ਹਾਂ, ਕਹਾਣੀਆਂ ਇੱਕ ਦੂਜੇ ਨੂੰ ਸੁਣਾਉਂਦੇ ਹਾਂ। ਆਵੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ। ਅਕਥ ਦਾ ਮਤਲਬ ਹੈ ਜਿਹੜਾ ਕਥਿਆ ਨਹੀਂ ਜਾ ਸਕਦਾ, ਜਿਹਨੂੰ ਕਿਸੇ ਦਾਇਰੇ ਵਿੱਚ ਨਹੀਂ ਲਿਆਇਆ ਜਾ ਸਕਦਾ, ਜਿਹੜਾ ਬੇਅੰਤ ਹੈ। ਤੇ ਬੇਅੰਤ ਕੌਣ ਹੈ? ਉਹ ਅਕਾਲ ਪੁਰਖ ਵਾਹਿਗੁਰੂ। ਉਹ ਆਪ ਵੀ ਬੇਅੰਤ ਆ ਤੇ ਉਹਦੇ ਗੁਣ ਵੀ ਬੇਅੰਤ ਆ, ਉਹਦੀ ਰਚੀ ਹੋਈ ਕੁਦਰਤ, ਇਹ ਸ੍ਰਿਸ਼ਟੀ ਆ, ਇਹ ਵੀ ਬੇਅੰਤ ਆ। ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੇਅੰਤਤਾ ਬਾਰੇ, ਉਹ ਕਿੱਡਾ ਵੱਡਾ ਹੈ, ਉਹਦੇ ਗੁਣ ਕਿੰਨੇ ਕੁ ਹਨ, ਇਹਦੇ ਬਾਰੇ ਅਸੀਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹ ਕੇ ਆਏ ਹਾਂ ਕਿ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨੇ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ। ਉਹ ਅਕਾਲ ਪੁਰਖ ਵਾਹਿਗੁਰੂ ਦਾ ਸਿਫਤਾਂ ਦੇ ਨਾਲ ਵੀ ਕਹਿੰਦੇ, ਉਹਦੀਆਂ ਸਿਫਤਾਂ ਦਾ, ਉਹਦੀਆਂ ਵਡਿਆਈਆਂ ਦਾ ਵੀ ਕਹਿੰਦੇ ਕੋਈ ਅੰਤ ਨਹੀਂ ਹੈ। ਜਿਹਵਾ ਏਕ ਕਵਨ ਗੁਣ ਕਹੀਏ। ਸਾਡੀ ਇੱਕ ਜੀਵ ਆ ਤੇ ਉਹਦੇ ਕਿਹੜੇ ਕਿਹੜੇ ਗੁਣਾਂ ਨੂੰ ਅਸੀਂ ਬਿਆਨ ਕਰੀਏ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਹੇ ਮਾਲਕ ਜੀ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ? ਤੂੰ ਤਾਂ ਗੁਣਾਂ ਦਾ ਖਜ਼ਾਨਾ ਆ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਉੱਚ ਭਗਵਾਨਾ। ਮਾਲਕ ਜੀ, ਤੇਰੀ ਤਾਂ ਮਹਿਮਾ, ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਤੂੰ ਤਾਂ ਸਭ ਤੋਂ ਉੱਚਾ ਆ। ਹੇ ਮਾਲਕ ਅਕਾਲ ਪੁਰਖ ਵਾਹਿਗੁਰੂ, ਤੇਰੇ ਬਾਰੇ ਕੁਝ ਵੀ ਦੱਸਿਆ ਨਹੀਂ ਜਾ ਸਕਦਾ। ਪਾਤਸ਼ਾਹ ਜੀ ਕਹਿੰਦੇ ਨੇ, ਆਓ ਸਾਰੇ ਰਲ ਮਿਲ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਗੱਲਾਂ ਬਾਤਾਂ, ਉਹਦੀਆਂ ਸਿਫਤ ਸਲਾਹਾਂ ਕਰੀਏ, ਉਹਦੀਆਂ ਕਥਾ ਕਹਾਣੀਆਂ ਇੱਕ ਦੂਜੇ ਨੂੰ ਸੁਣਾਈਏ। ਪਾਤਸ਼ਾਹ ਜੀ ਦਾ ਬਚਨ ਆ। ਪਰ ਸੰਸਾਰ ਦੇ ਲੋਕ ਕੀ ਕਰਦੇ ਨੇ? ਮਾਲਕ ਜੀ ਕਹਿੰਦੇ, ਦੁਨੀਆ ਨਾ ਸਾਲਾ ਜੋ ਮਰ ਬੰਜਸੀ। ਪਾਤਸ਼ਾਹ ਕਹਿੰਦੇ, ਭਲਿਆ ਦੁਨੀਆ ਦੀ ਸਿਫਤ ਸਲਾਹ ਨਾ ਕਰ, ਇਹ ਦੁਨੀਆ ਦੀ ਵਡਿਆਈ ਨਾ ਕਰੀ ਜਾ। ਕਹਿੰਦੇ ਇਹਨੇ ਤਾਂ ਇੱਕ ਦਿਨ ਮਿੱਟੀ ਹੋ ਜਾਣਾ। ਜੋ ਮਰ ਵੰਜਸੀ, ਕਹਿੰਦੇ ਇਹਨੇ ਤਾਂ ਖਤਮ ਹੋ ਜਾਣਾ ਆ, ਨਾਸ਼ ਹੋ ਜਾਣਾ ਆ। ਲੋਕਾਂ ਨਾ ਸਾਲਾ ਜੋ ਮਰ ਖਾਕ ਤੀ। ਪਾਤਸ਼ਾਹ ਕਹਿੰਦੇ ਨੇ, ਭਲਿਆ ਲੋਕਾਂ ਦੀ ਵਡਿਆਈ ਕਰਦਾ ਨਾ ਫਿਰ, ਲੋਕਾਂ ਦੇ ਮਗਰ ਨਾ ਘੁੰਮਦਾ ਫਿਰ, ਲੋਕਾਂ ਦੀ ਖੁਸ਼ਾਮਦ ਕਰਦਾ ਨਾ ਫਿਰ। ਜੋ ਮਰ ਖਾਕ ਥੀ, ਕਹਿੰਦੇ ਇੱਕ ਦਿਨ ਇਹਨੇ ਵੀ ਮਿੱਟੀ ਦਾ ਢੇਰੀ ਹੋ ਜਾਣਾ, ਮਿੱਟੀ ਬਣ ਜਾਣਾ। ਇਹਨਾਂ ਲੋਕਾਂ ਨੇ ਵੀ ਮਿੱਟੀ, ਇਹ ਦੁਨੀਆ, ਲੋਕ, ਇਹ ਸਭ ਕਹਿੰਦੇ ਮਿੱਟੀ ਹੋ ਜਾਣਾ, ਨਾਸ਼ ਹੋ ਜਾਣਾ ਆ। ਪਾਤਸ਼ਾਹੀ ਤੁਸੀਂ ਦੱਸੋ ਅਸੀਂ ਕਿਹਦੀ ਵਡਿਆਈ ਕਰੀਏ? ਮਾਲਕ ਜੀ ਕਹਿੰਦੇ, ਬਾ ਮੇਰੇ ਸਾਹਿਬਾ ਬਾ।
हे अकाल पुरख वाहिगुरू तू धनता दे जोग आ, तू सलाहण जोग आ। हे मालिक तेरा जिहड़ा अंत नहीं पाया जा सकता, तू धनता दे जोग आ। गुरमुख सदा सलाहीए। मालिक जी कहंदे भलिया गुरु दी शरण विच आके सदा ही ओदी सिफत सलाह करनी चाहिए। किहदी? सच्चा बेपरवाह। कहंदे उस सच्चे अकाल पुरख वाहिगुरू दी सिफत सलाह कर जिहड़ा बेपरवाह है, जिन्हों किसी दी परवाह नहीं है, जिहड़ा किसी दी परवाह नहीं करदा। तू सिर्फ इन्हां संसार दे लोकां दी वडियाई सिफत सलाह इन्हां दी ही जिहड़ी तू खुशामद करी जा रहा, इन्हां दियां वडियाइयां इन्हां दे गुण गाई जा रहा है। ये लोग तां परवाह करते ने, ये तां डरदे ने, पर वो मालिक वाहिगुरू जिहड़ा है वो तां बेपरवाह है, वो सदा रहन वाला है। पातशाह कहंदे ने भलिया उस अकाल पुरख वाहिगुरू दी सिफत सलाह सच्चा साहिब सेवीए गुरमुख कथो काथ। पातशाह कहंदे ने सदा रहन वाला जिहड़ा साहिब ना, कहंदे जिहड़ा बेअंत गुणा दा मालिक है, ओदी सिरी सिफत सलाह ना गुरु दी शरण विच आके ही कीती जा सकदी आ। गुरु की संगत विच बैठ के ही असी उस अकाल पुरख वाहिगुरू की सिफत सलाह वडियाई कर सकते हैं। तो पातशाह जी ने सानू सारियां नू रल मिल के बैठ के ओदी वडियाई करन वास्ते आख्या। पातशाह जी की बाणी दे अंदर बचन होंदा, आवो भैणे गल मिले अंक सहेलड़ियां। कहंदे हे सत संगण भैणो आओ रल मिल के बैठिए, सत संगत विच बैठिए, सत संगत विच जुड़ बैठिए। की करना आ? मिल के करें कहानियां। आओ असी रल मिल के उस अकाल पुरख वाहिगुरू दियां कहानियां सुनाइए, ओदियां सिफत सलाह दियां गल्लां करिए। किहड़े परमात्मा अकाल पुरख वाहिगुरू दियां समर्थ कंत कीआं। कहंदे जिहड़ा समर्थ है, कंत कहंदे आ अकाल पुरख वाहिगुरू प्रभुपति। सुहागणा कहंदे रल मिल के, भैणा कहंदे रल मिल के बैठियां ने, कहंदियां उस अकाल पुरख वाहिगुरू दियां सिफत सलाह करदियां आ जिहड़ियां समर्थ ने। जिहड़ा अकाल पुरख वाहिगुरू सारियां ताकतां दा मालिक है। ते पातशाह जी कहंदे ने आवो भैणे गल मिले अंक सहेलड़ियां, मिल के करे कहानियां समर्थ कंत कीआं। साचे साहिब सब गुण। कहंदे उस मालिक विच तां कहंदे गुण ही गुण आ, ਉਹਦੇ ਵਿੱਚ ਕਹਿੰਦੇ ਗੋਣੀ ਗੁਣ ਨਜ਼ਰ ਆਉਂਦੇ ਆ। ਔਗਣ ਸਭ ਅਸਾ, ਕਹਿੰਦੇ ਜਦੋਂ ਸਾਡਾ ਜੀਵਨ ਉਸ ਮਾਲਕ ਦੇ ਨਾਲ ਵਿਛੜ ਜਾਂਦਾ ਆ ਤੇ ਸਾਡੇ ਜੀਵਨ ਵਿੱਚ ਔਗਣ ਆ ਜਾਂਦੇ ਆ। ਜਦੋਂ ਅਸੀਂ ਉਹਦੀ ਸਤ ਸੰਗਤ ਵਿੱਚ ਬੈਠ ਕੇ ਸਿਫਤ ਸਲਾਹ ਕਰਨੀ ਛੱਡ ਦਿੰਦੇ ਆ, ਵਡਿਆਈ ਕਰਨੀ ਛੱਡ ਦਿੰਦੇ ਆ ਤੇ ਸਾਡਾ ਜੀਵਨ ਔਗਣਾਂ ਨਾਲ ਭਰ ਜਾਂਦਾ ਆ। ਤੇ ਪਾਤਸ਼ਾਹ ਕਹਿੰਦੇ ਨੇ ਕਰਤਾ ਸਭ ਕੋ ਤੇਰੇ ਜੋਰ। हे ਮਾਲਕ ਸਾਰੇ ਪਾਸੇ ਤੇਰਾ ਹੁਕਮ ਚੱਲ ਰਿਹਾ ਆ, ਤੇਰਾ ਜੋਰ ਚੱਲ ਰਿਹਾ। ਏਕ ਸ਼ਬਦ ਵਿਚਾਰੀਏ ਜਾ ਤੂੰ ਤਾਂ ਕਿਆ ਹੋਰ। ਕਹਿੰਦੇ ਜਿਹੜਾ ਮਨੁੱਖ ਇੱਕ ਸ਼ਬਦ ਨੂੰ ਵਿਚਾਰ ਲਵੇ, ਗੁਰੂ ਸ਼ਬਦ ਨਾਲ ਜੁੜ ਜਾਵੇ, ਉਹਨੂੰ ਫਿਰ ਆਪਣੇ ਜੀਵਨ ਦੇ ਅੰਦਰ ਇਸ ਗੱਲ ਦੀ ਸਮਝ ਲੱਗ ਜਾਂਦੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਵੀ ਦੂਜਾ ਇਸ ਸੰਸਾਰ ਨੂੰ ਚਲਾਉਣ ਵਾਲਾ ਨਹੀਂ ਹੈ। ਉਹਨੂੰ ਸਮਝ ਆ ਜਾਂਦੀ ਕਿ ਮਾਲਕ ਹੀ ਜਿਹੜਾ ਸਭ ਕੁਝ ਕਰਨ ਵਾਲਾ ਆ। ਪਾਤਸ਼ਾਹ ਕਹਿੰਦੇ ਨੇ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਕਹਿੰਦੇ ਸੁਹਾਗਣਾ ਨੂੰ ਜਾ ਕੇ ਪੁੱਛ ਲਵੋ ਤੁਸੀਂ ਕਿੰਨਾ ਗੁਣਾ ਦੇ ਨਾਲ ਉਹਨੂੰ ਪ੍ਰਾਪਤ ਕੀਤਾ ਆ, ਜਿਹੜਾ ਇੰਨੀਆਂ ਤਾਕਤਾਂ ਦਾ ਮਾਲਕ ਹੈ। ਉਹ ਜਵਾਬ ਦਿੰਦੀਆਂ ਨੇ ਸਹਿਜ ਸੰਤੋਖ ਸ਼ਿੰਗਾਰੀਆ ਮਿੱਠਾ ਬੋਲਣੀ। ਕਹਿੰਦੇ ਅਸੀਂ ਆਪਣੇ ਜੀਵਨ ਵਿੱਚ ਸਹਿਜ ਲਿਆਉਂਦਾ, ਅਸੀਂ ਜੀਵਨ 'ਚ ਸੰਤੋਖ ਲੈ ਕੇ ਆਂਦਾ। ਮਿੱਠਾ ਬੋਲਣੀ, ਸਾਡਾ ਸੁਭਾਅ ਬਦਲਿਆ, ਅਸੀਂ ਮਿੱਠੇ ਬੋਲ ਬੋਲਣੇ ਸ਼ੁਰੂ ਕੀਤੇ, ਸਾਡੇ ਜੀਵਨ 'ਚ ਮਿਠਾਸ ਆ ਗਈ। ਮਾਲਕ ਜੀ ਕਹਿੰਦੇ ਨੇ ਇਹਨਾਂ ਗੁਣਾਂ ਦੇ ਨਾਲ ਸਾਡਾ ਜੀਵਨ ਸ਼ਿੰਗਾਰਿਆ ਗਿਆ, ਇਹਨਾਂ ਗੁਣਾਂ ਨੂੰ ਅਸੀਂ ਆਪਣੇ ਜੀਵਨ ਦਾ ਸ਼ਿੰਗਾਰ ਬਣਾਇਆ। ਮਾਲਕ ਜੀ ਕਹਿੰਦੇ ਪੇਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ।
ਕਹਿੰਦੇ ਉਹ ਮੇਰਾ ਪ੍ਰਭੂ ਪਤੀ ਤਾਂ ਮਿਲਿਆ ਜਦੋਂ ਮੈਂ ਗੁਰੂ ਦੇ ਸ਼ਬਦ ਨਾਲ ਆਪਣੇ ਜੀਵਨ ਨੂੰ ਜੋੜ ਲਿਆ। ਪਾਤਸ਼ਾਹ ਜੀ ਬਚਨ ਕਰਦੇ ਨੇ, ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ। ਗੁਰੂ ਪਿਆਰ ਵਾਲਿਓ, ਜਦੋਂ ਪ੍ਰਭੂ ਦੀ ਸਿਫਤ ਸਲਾਹ ਕਰਨੀ ਨਾ, ਉਦੋਂ ਇਕੱਠੇ ਹੋਣ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੁੰਦਾ। ਗੁਰੂ ਦੀ ਵਡਿਆਈ, ਸਿਫਤ ਸਲਾਹ, ਚੰਗਾ ਕੰਮ ਕਰਨਾ ਹੋਵੇ, ਚੰਗੀ ਵਿਚਾਰ ਕਰਨੀ ਹੋਵੇ, ਸੁਣਨੀ ਹੋਵੇ, ਉਸ ਵੇਲੇ ਇਕੱਠੇ ਕਰਨਾ ਬਹੁਤ ਮੁਸ਼ਕਲ ਹੁੰਦਾ ਆ। ਤੇ ਗੁਰੂ ਪਿਆਰ ਵਾਲਿਓ, ਜੇ ਕਿਸੇ ਨੂੰ ਇਕੱਠੇ ਕਰਨਾ ਨਾ, ਤੇ ਗੁਰੂ ਪਿਆਰ ਵਾਲਿਓ ਕਹਿ ਦਿਓ, ਭਾਈ ਇੱਥੇ ਨਸ਼ਾ ਵੰਡਿਆ ਜਾ ਰਿਹਾ, ਇੱਥੇ ਇਸ ਤਰ੍ਹਾਂ ਦਾ ਲੰਗਰ ਚੱਲ ਰਿਹਾ, ਇੱਥੇ ਆ ਚੀਜ਼ ਫ੍ਰੀ ਮਿਲ ਰਹੀ ਆ, ਉੱਥੇ ਤੁਸੀਂ ਵੇਖੋ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲੇਗੀ। ਹੁਣ ਜਿੱਥੇ ਝੂਠ ਸੁਣਾਇਆ ਜਾ ਰਿਹਾ ਹੋਵੇ, ਜਿੱਥੇ ਨਾ ਲੜਾਈ ਝਗੜਾ ਹੁੰਦਾ ਹੋਵੇ, ਮੰਨ ਲਓ ਗੁਆਂਢੀਆਂ ਦੇ ਹੋ ਰਿਹਾ ਹੋਵੇ ਜਾਂ ਕਿਸੇ ਹੋਰ ਦੇ ਹੋ ਰਿਹਾ, ਤੁਸੀਂ ਵੇਖੋ ਉੱਥੇ ਕਿੰਨੇ ਜਾਣੇ ਇਕੱਠੇ ਹੋ ਜਾਂਦੇ ਆ, ਕਿੰਨੇ ਜਾਣੇ ਉੱਥੇ ਦੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ, ਭਾਵ ਕਿ ਤਮਾਸ਼ਾ ਵੇਖਣ ਨੂੰ ਲੋਕ ਕਿੰਨੇ ਇਕੱਠੇ ਹੋ ਜਾਂਦੇ ਆ। ਪਰ ਜੇਕਰ ਉਸ ਮਸਲੇ ਨੂੰ ਹੱਲ ਕਰਨਾ ਹੋਵੇ, ਉਸ ਵੇਲੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਆ। ਭਾਵ ਜਦੋਂ ਕੋਈ ਚੰਗੀ ਵਿਚਾਰ, ਚੰਗਾ ਕੰਮ ਕਰਨਾ ਹੋਵੇ, ਚਾਹੇ ਗੁਰੂ ਦੀ ਬਾਣੀ ਸੁਣਨੀ ਹੋਵੇ, ਪੜ੍ਹਨੀ ਹੋਵੇ, ਜੁੜਨਾ ਹੋਵੇ, ਉਦੋਂ ਕੋਈ ਵੀ ਇਕੱਠੇ ਹੋਣ ਲਈ ਤਿਆਰ ਨਹੀਂ ਕਿ ਅਸੀਂ ਭਾਈ ਰਲ ਮਿਲ ਕੇ ਕੋਈ ਚੰਗਾ ਕੰਮ ਕਰ ਲਈਏ, ਕੋਈ ਚੰਗੀ ਵਿਚਾਰ ਕਰ ਲਈਏ। ਤੇ ਗੁਰੂ ਪਿਆਰ ਵਾਲਿਓ, ਜਦੋਂ ਕੋਈ ਗਲਤ ਕੰਮ ਹੋ ਰਿਹਾ ਹੋਵੇ ਤੇ ਉਸ ਵੇਲੇ ਕਹਿਣ ਦੀ ਲੋੜ ਨਹੀਂ, ਆਪਣੇ ਆਪ ਹੀ ਲੋਕ ਇਕੱਠੇ ਹੋ ਜਾਂਦੇ ਆ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਅੱਜ ਵੇਖੋ ਗੁਰੂ ਦੀ ਬਾਣੀ ਸੁਣਨ ਵਾਸਤੇ, ਗੁਰੂ ਦੇ ਬਾਣੀ ਦੇ ਨਾਲ ਜੁੜਨ ਵਾਸਤੇ ਬਾਰ-ਬਾਰ ਮਨੁੱਖ ਨੂੰ ਕਹਿਣਾ ਪੈਂਦਾ ਕਿ ਭਾਈ ਤੂੰ ਗੁਰੂ ਕੋਲ ਆ, ਗੁਰੂ ਦੀ ਬਾਣੀ ਸੁਣ, ਬਾਣੀ ਪੜ੍ਹ। ਤੇ ਗੁਰੂ ਪਿਆਰ ਵਾਲਿਓ, ਕਈ ਵਾਰੀ ਤਾਂ ਪ੍ਰਬੰਧਕਾਂ ਨੂੰ ਇਹ ਵੀ ਕੰਮ ਕਰਨੇ ਪੈਂਦੇ ਕਿ ਪਕੌੜਿਆਂ ਦੇ ਲੰਗਰ ਵੀ ਲਾਉਣੇ ਪੈਂਦੇ ਸੰਗਤ ਨੂੰ ਇਕੱਠੀ ਕਰਨ ਵਾਸਤੇ, ਜਲੇਬੀਆਂ ਦੇ ਲੰਗਰ ਲਾਉਣੇ ਪੈਂਦੇ, ਕਈ ਵਾਰੀ ਖੀਰਾਂ ਦੇ ਲੰਗਰ ਲਾਉਣੇ ਪੈਂਦੇ। ਇਹਦਾ ਅਰਥ ਕੀ ਹੋਇਆ ਕਿ ਅਸੀਂ ਗੁਰੂ ਦੇ ਸਿੱਖ ਘੱਟ ਆ ਤੇ ਪਕੌੜਿਆਂ ਦੇ ਸਿੱਖ ਜ਼ਿਆਦਾ ਬਣ ਗਏ। ਅਸੀਂ ਗੁਰੂ ਦੇ ਸਿੱਖ ਘੱਟ ਆ, ਅਸੀਂ ਲੰਗਰ ਦੇ ਸਿੱਖ ਜ਼ਿਆਦਾ ਬਣ ਗਏ, ਕਿਉਂਕਿ ਸਾਨੂੰ ਪਕੌੜਿਆਂ ਲੰਗਰਾਂ ਦੇ ਨਾਲ ਪਿਆਰ ਹੋ ਗਿਆ, ਪਰ ਸਾਨੂੰ ਗੁਰੂ ਦੇ ਨਾਲ ਪਿਆਰ ਨਹੀਂ ਸੀ ਕਿ ਲੰਗਰ ਭਾਵੇਂ ਸਾਦਾ ਹੀ ਹੋਵੇ, ਅਸੀਂ ਫਿਰ ਵੀ ਗੁਰੂ ਦੀ ਬਾਣੀ ਪੜ੍ਹ ਲਈਏ, ਗੁਰੂ ਦੀ ਬਾਣੀ ਸੁਣ ਲਈਏ, ਕੋਈ ਚੰਗੀ ਗੱਲ ਸਾਡੇ ਦਿਮਾਗ 'ਚ ਪੈ ਜਾਵੇਗੀ, ਸਾਨੂੰ ਅਕਲ ਸਮਝ ਆ ਜਾਵੇਗੀ। ਪਰ ਨਹੀਂ, ਗੁਰੂ ਪਿਆਰ ਵਾਲਿਓ, ਜਦੋਂ ਲਾਲਚ ਦੇਣਾ ਪੈਂਦਾ ਕਿ ਭਾਈ ਤੂੰ ਗੁਰੂ ਦੀ ਬਾਣੀ ਸੁਣ, ਗੁਰੂ ਦੀ ਬਾਣੀ ਪੜ੍ਹ, ਬਾਰ-ਬਾਰ ਬੇਨਤੀ ਕਰਨੀ ਪੈਂਦੀ ਆ, ਕਿਉਂਕਿ ਜੀਵਨ ਦੇ ਵਿੱਚ ਉਹ ਪਿਆਰ ਨਹੀਂ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਕਹਿੰਦੇ ਰਲ ਮਿਲ ਕੇ ਇਕੱਠੇ ਹੋਵੋ, ਦੁਬਿਧਾ ਦੂਰ ਕਰੋ ਲਿਵ ਲਾਏ। ਮਾਲਕ ਜੀ ਕਹਿੰਦੇ ਜੀਵਨ 'ਚੋਂ ਦੁਬਿਧਾ ਦੂਰ ਕਰਨੀ ਤਾਂ ਵੀ ਇਕੱਠੇ ਹੋ ਕੇ ਬੈਠੋ ਤੇ ਆਪਣੇ ਮਨ ਵਿੱਚੋਂ ਦੁਬਿਧਾਵਾਂ ਨੂੰ ਦੂਰ ਕਰੋ। ਪਾਤਸ਼ਾਹ ਕਹਿੰਦੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ। ਕਹਿੰਦੇ ਉਸ ਮਾਲਕ ਵਾਹਿਗੁਰੂ ਦੀਆਂ ਕਹਾਣੀਆਂ, ਗੱਲਾਂ ਬਾਤਾਂ, ਉਹਦੀਆਂ ਸਿਫਤ ਸਲਾਹ ਦੀਆਂ ਗੱਲਾਂ ਆਓ ਰਲ ਮਿਲ ਕੇ ਕਰੀਏ। ਪਾਤਸ਼ਾਹ ਕਹਿੰਦੇ ਨੇ, ਜਿਹਦੀਆਂ ਹੁਣ ਗੱਲਾਂ ਬਾਤਾਂ, ਜਿਸ ਪ੍ਰਮਾਤਮਾ ਦੀਆਂ ਅਸੀਂ ਸਿਫਤ ਸਲਾਹ ਕਰ ਰਹੇ ਹਾਂ, ਜਿਹਦੀਆਂ ਅਸੀਂ ਕਹਾਣੀਆਂ ਇੱਕ ਦੂਜੇ ਨੂੰ ਸੁਣਾ ਰਹੇ ਹਾਂ, ਪਾਤਸ਼ਾਹ ਕਹਿੰਦੇ ਨੇ ਕਿਤ ਦੁਆਰੇ ਪਾਈਏ। ਕਹਿੰਦੇ ਉਹਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ, ਉਸ ਮਾਲਕ ਵਾਹਿਗੁਰੂ ਨੂੰ ਕਿਵੇਂ ਉਹਨੂੰ ਜੀਵਨ 'ਚ ਪ੍ਰਾਪਤ ਕੀਤਾ ਜਾ ਸਕਦਾ, ਕਿਵੇਂ ਉਹਨੂੰ ਲੱਭਿਆ ਜਾ ਸਕਦਾ ਆ, ਉਹ ਮਿਲ ਕਿਵੇਂ ਸਕਦਾ ਆ। ਤੇ ਗੁਰੂ ਪਿਆਰ ਵਾਲਿਓ, ਹੁਣ ਪ੍ਰਾਪਤ ਕਰਨ ਦੇ ਵੱਖੋ ਵੱਖਰੇ ਲੋਕਾਂ ਨੇ ਸਾਧਨ ਅਪਣਾ ਲਏ ਕਿ ਭਾਈ ਕੋਈ ਕਹਿੰਦਾ ਇਸ ਤਰ੍ਹਾਂ ਪ੍ਰਾਪਤ ਕਰ ਲਾ। ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਆਪਣੀ ਬਾਰ ਅੰਦਰ ਸਾਡੇ ਸਾਹਮਣੇ ਰੱਖਿਆ। ਹੁਣ ਕਈ ਜਿਹੜੇ ਪ੍ਰਾਪਤ ਕਹਿੰਦੇ, ਕਈ ਕਹਿੰਦੇ ਭਾਈ ਤੀਰਥਾਂ ਤੇ ਨਹਾਉਣਾ ਸ਼ੁਰੂ ਕਰ ਦੇ, ਤੈਨੂੰ ਰੱਬ ਮਿਲ ਜਾਵੇਗਾ। ਕੋਈ ਕਹਿੰਦਾ ਭਾਈ ਤੂੰ ਜੰਗਲਾਂ 'ਚ ਚਲਾ ਜਾ, ਕੋਈ ਕਹਿੰਦਾ ਸਰੀਰ ਤੇ ਸੁਆਹ ਮਲ ਲਾ, ਕੋਈ ਕਹਿੰਦਾ ਭਾਈ ਤੂੰ ਨਿਰਵਸਤਰ ਹੋ ਜਾ, ਕੋਈ ਕਿਸ ਤਰ੍ਹਾਂ ਕਹਿ ਰਿਹਾ ਆ। ਭਾਈ ਗੁਰਦਾਸ ਜੀ ਕਹਿੰਦੇ ਜੇ ਇਸ ਤਰ੍ਹਾਂ ਰੱਬ ਮਿਲਣਾ ਹੁੰਦਾ ਹੋਵੇ ਤੇ ਇਹਨਾਂ ਨੂੰ ਮਿਲ ਜਾਣਾ ਸੀ। ਮਿਲੈ ਜੇ ਤੀਰਥ ਨਹਾਤਿਆਂ ਡੱਡਾਂ ਜਲ ਵਾਸੀ। ਕਹਿੰਦੇ ਜੇ ਤੀਰਥਾਂ ਦੇ ਨਹਾਉਣ ਨਾਲ ਰੱਬ ਮਿਲਦਾ ਹੋਵੇ, ਪਾਣੀ ਵਿੱਚ ਨਹਾਉਣ ਨਾਲ ਰੱਬ ਮਿਲਦਾ ਹੋਵੇ ਤੇ ਡੱਡੂਆਂ ਨੂੰ ਪਹਿਲਾਂ ਮਿਲ ਜਾਣਾ ਸੀਗਾ। ਡੱਡੂ ਤਾਂ 24 ਘੰਟੇ ਪਾਣੀ 'ਚ ਰਹਿੰਦੇ ਆ। ਮਿਲੈ ਜੇ ਤੀਰਥ ਨਹਾਤਿਆਂ ਡੱਡਾਂ ਜਲ ਵਾਸੀ, ਬਾਲ ਵਧਾਇਆਂ ਪਾਈਆਂ ਬੜ ਜਟਾਂ ਪਲਾਸੀ। ਕਹਿੰਦੇ ਜੇ ਬਾਲ ਵਧਾਉਣ ਦੇ ਨਾਲ, ਹੁਣ ਬੜੇ ਲੋਕ ਆ ਜਿਹੜੇ ਲੰਬੇ ਲੰਬੇ ਬਾਲ ਵਧਾ ਕੇ ਰੱਖਦੇ, ਜਟਾਂ ਬੰਨ੍ਹ ਕੇ ਰੱਖਦੇ ਆ ਕਿ ਭਾਈ
ਇਹਨਾਂ ਸਾਨੂੰ ਰੱਬ ਮਿਲ ਜਾਵੇਗਾ। ਉਹ ਸਿਰ ਤੇ ਲੰਬੀਆਂ ਲੰਬੀਆਂ ਜਟਾਂ ਰੱਖਦੇ ਆ। ਤੇ ਮਾਲਕ ਜੀ ਕਹਿੰਦੇ ਜੇਕਰ ਜਟਾਂ ਵਧਾਉਣ ਦੇ ਨਾਲ ਹੀ ਰੱਬ ਮਿਲਣਾ ਹੋਵੇ, ਜਿਹੜਾ ਬੋਹੜ ਦਾ ਦਰਖਤ ਹੁੰਦਾ ਆ, ਤੁਸੀਂ ਬੋਹੜ ਦਾ ਦਰਖਤ ਵੈਸੇ ਪਿੰਡਾਂ ਵਿੱਚ ਤਾਂ ਹੈ ਨਹੀਂ ਅੱਜ ਕੱਲ੍ਹ, ਬੋਹੜ ਦਾ ਦਰਖਤ ਬਹੁਤ ਵੱਡਾ ਹੁੰਦਾ ਤੇ ਪੁਰਾਣੇ ਸਮਿਆਂ ਅੰਦਰ ਹਰੇਕ ਪਿੰਡ ਵਿੱਚ ਬੋਹੜ ਦਾ ਦਰਖਤ ਹੁੰਦਾ ਸੀ। ਉਹਦੀ ਛਾਂ ਬਹੁਤ ਹੁੰਦੀ ਸੀ। ਉਹ ਇੱਕ ਦਰਖਤ ਉਹਦਾ ਲਾਇਆ ਜਾਵੇਗਾ, ਛੋਟਾ ਜਿਹਾ, ਉਹਦਾ ਬੀਜ ਬੜੇ ਨਿੱਕੇ ਨਿੱਕੇ ਜਿਹੇ ਹੁੰਦੇ ਆ। ਇੱਕ ਬੀਜ ਜੇ ਲਾਇਆ ਜਾਵੇ, ਇੱਕ ਦਰਖਤ ਲਾਵੋਗੇ ਉੱਥੇ ਪਤਾ ਨਹੀਂ ਕਿੰਨੇ ਸਾਰੇ ਦਰਖਤ ਪੈਦਾ ਹੋ ਜਾਂਦੇ ਨੇ। ਕਹਿੰਦੇ ਫਿਰ ਬੋਹੜ ਦਾ ਦਰਖਤ ਵੇਖੋ, ਉਹਨੂੰ ਲੰਬੀਆਂ ਸਾਰੀਆਂ ਜਟਾਂ ਲਮਕਦੀਆਂ ਹੁੰਦੀਆਂ ਨੇ, ਲੰਬੀਆਂ ਲੰਬੀਆਂ ਜੜ੍ਹਾਂ ਲਮਕਦੀਆਂ ਹੁੰਦੀਆਂ ਉਸ ਦਰਖਤ ਨੂੰ। ਮਾਲਕ ਜੀ ਕਹਿੰਦੇ ਫਿਰ ਤਾਂ ਰੱਬ ਉਹਨੂੰ ਮਿਲ ਜਾਣਾ ਸੀਗਾ। ਅੱਗੇ ਕਹਿੰਦੇ ਨੇ ਜੇ ਪਾਏ ਚੁੱਪ ਕੀਤਿਆਂ ਪਸ਼ੂਆਂ ਜੜ ਹਾਸੀ। ਜੇ ਚੁੱਪ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ, ਵੈਸੇ ਚੁੱਪ ਰਹਿਣਾ ਕੋਈ ਮਾੜੀ ਗੱਲ ਨਹੀਂ, ਚੁੱਪ ਰਹਿਣਾ ਚਾਹੀਦਾ ਜਿੱਥੇ ਚੁੱਪ ਰਹਿਣਾ ਚਾਹੀਦਾ ਆ। ਪਰ ਬੰਦਾ ਹਰ ਵੇਲੇ ਕਵੇ ਕਿ ਭਾਈ ਮੈਂ 24 ਘੰਟੇ ਚੁੱਪ ਰਵਾਂ, ਮੌਨ ਧਾਰਨ ਕਰ ਲਵਾਂ, ਇਹਨੂੰ ਧਰਮ ਵਾਲੇ ਪਾਸੇ ਲੈ ਕੇ ਜਾਵਾਂ ਕਿ ਭਾਈ ਚੁੱਪ ਰਹਿਣ ਦੇ ਨਾਲ ਮੈਨੂੰ ਰੱਬ ਮਿਲ ਜਾਵੇਗਾ, ਜਿਹਨੂੰ ਅਸੀਂ ਕਹਿੰਦੇ ਮੌਨ ਧਾਰਨ ਕਰਨਾ। ਭਲਿਆ ਜੇ ਮੌਨ ਧਾਰਨ ਕਰਨਾ ਆ ਤੇ ਮਾੜੇ ਕੰਮਾਂ ਵੇਲੇ ਮੌਨ ਧਾਰਨ ਕਰ ਲਾ, ਮਾੜਾ ਬੋਲਣ ਵੇਲੇ ਮੌਨ ਧਾਰਨ ਕਰ, ਚੰਗਾ ਬੋਲਣ ਵੇਲੇ ਮੌਨ ਥੋੜ੍ਹਾ ਧਾਰਨ ਕਰਨਾ ਆ। ਜੇ ਚੁੱਪ ਰਹਿਣਾ ਤੇ ਮਨ ਨੂੰ ਚੁੱਪ ਕਰਾ ਲਾ। ਤੇਰਾ ਮਨ ਅੰਦਰੋਂ ਕਿੱਦਾਂ ਬੋਲੀ ਜਾ ਰਿਹਾ, ਤੂੰ ਮੂੰਹ ਕਰਕੇ ਚੁੱਪਾਂ, ਵੇਖਣ ਨੂੰ ਲੱਗਦਾ ਚੁੱਪਾ, ਪਰ ਅੰਦਰੋਂ ਮਨ ਕਿਵੇਂ ਬੋਲੀ ਜਾ ਰਿਹਾ ਆ। ਕਹਿੰਦੇ ਜੇ ਪਾਏ ਚੁੱਪ ਕੀਤਿਆਂ ਪਸ਼ੂਆਂ ਜੜ ਹਾਸੀ। ਕਹਿੰਦੇ ਜੇ ਚੁੱਪ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ ਤੇ ਪਸ਼ੂਆਂ ਨੂੰ ਪਹਿਲਾਂ ਮਿਲ ਜਾਵੇ। ਹੁਣ ਪਸ਼ੂ ਕਿਹੜੇ ਬੋਲਦੇ ਆ, ਉਹ ਕਿਹੜੇ ਸਾਡੇ ਵਾਂਗ ਗੱਲਾਂ ਬਾਤਾਂ ਕਰਦੇ ਆ। ਕਹਿੰਦੇ ਫਿਰ ਉਹਨਾਂ ਜਾਨਵਰਾਂ ਨੂੰ ਰੱਬ ਮਿਲ ਜਾਣਾ ਸੀਗਾ। ਅੱਗੇ ਕਹਿੰਦੇ ਨੇ ਨੰਗੇ ਰਹਿਆਂ ਜੇ ਮਿਲੇ ਬਣ ਮਿਰਗ ਉਦਾਸੀ। ਕਹਿੰਦੇ ਜੇਕਰ ਨੰਗੇ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ ਤੇ ਕਹਿੰਦੇ ਫਿਰ ਬਣਾ ਵਿੱਚ ਜਿਹੜੇ ਮਿਰਗ ਆ, ਜਿਹੜੇ ਜਾਨਵਰ ਆ, ਉਹਨਾਂ ਨੂੰ ਮਿਲ ਜਾਣਾ ਸੀ। ਉਹ ਕਿਹੜੇ ਵਸਤਰ ਪਾ ਕੇ ਘੁੰਮਦੇ ਆ। ਗੁਰੂ ਪਿਆਰ ਵਾਲੇ ਭਾਈ ਗੁਰਦਾਸ ਜੀ ਉਹ ਨੇ। ਸਾਨੂੰ ਗੁਰਦਾਸ ਮਾਨ ਬਾਰੇ ਪਤਾ ਆ, ਪਰ ਭਾਈ ਗੁਰਦਾਸ ਬਾਰੇ ਨਹੀਂ ਪਤਾ ਭਾਈ ਗੁਰਦਾਸ ਜੀ ਕੌਣ ਹੋਏ ਨੇ। ਭਾਈ ਗੁਰਦਾਸ ਜੀ ਉਹ ਮਹਾਨ ਸ਼ਖਸੀਅਤ ਹੋਏ ਨੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਗ੍ਰੰਥ ਤਿਆਰ ਕਰਨਾ ਸੀ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਤੱਕ ਤੇ ਆਪਣੀ ਬਾਣੀ ਸਾਰੀ ਇਕੱਤਰ ਕਰਕੇ ਇਹਨੂੰ ਇੱਕ ਗ੍ਰੰਥ ਦੇ ਵਿੱਚ ਲਿਖਣਾ ਸੀ। ਉਸ ਵੇਲੇ ਭਾਈ ਗੁਰਦਾਸ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖ ਰਹੇ ਨੇ ਤੇ ਗੁਰੂ ਅਰਜਨ ਸਾਹਿਬ ਜੀ ਕੋਲ ਬਹਿ ਕੇ ਲਿਖਾ ਰਹੇ ਨੇ ਉਹਨਾਂ ਨੂੰ। ਜਿਹੜੀ ਇਹ ਲਿਖਾਈ ਕੀਤੀ ਗਈ ਨਾ, ਇਹ ਭਾਈ ਗੁਰਦਾਸ ਜੀ ਨੇ ਬਾਣੀ ਨੂੰ ਲਿਖਿਆ ਹੋਇਆ ਆ ਤੇ ਗੁਰੂ ਅਰਜਨ ਸਾਹਿਬ ਜੀ ਕੋਲ ਬੈਠ ਕੇ ਉਹਨਾਂ ਕੋਲ ਇਹ ਬਾਣੀ ਲਿਖਵਾ ਰਹੇ ਸਨ। ਭਾਈ ਗੁਰਦਾਸ ਜੀ ਉਹ ਮਹਾਨ ਜਿਹੜੀ ਸ਼ਖਸੀਅਤ ਆ, ਜਿਨ੍ਹਾਂ ਦੀਆਂ 12 ਨੇ ਤੇ ਦੂਸਰੇ ਕੀ ਆ ਕਵਿਤ। ਇਹ ਦੋ ਜਿਹੜੀਆਂ ਰਚਨਾਵਾਂ ਉਹਨਾਂ ਦੀਆਂ ਭਾਈ ਗੁਰਦਾਸ ਜੀ ਦੀਆਂ। ਤੇ ਗੁਰੂ ਪਿਆਰ ਵਾਲਿਓ ਗੁਰਦਾਸ ਮਾਨ ਬਾਰੇ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ। ਜਿਹੜਾ ਕਹਿੰਦਾ ਕਿ ਭਾਈ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਸਾਨੂੰ ਉਹਦਾ ਬਾਰੇ ਸਾਰਾ ਕੁਝ ਪਤਾ ਆ। ਪਰ ਭਾਈ ਗੁਰਦਾਸ ਜੀ ਬਾਰੇ ਸਾਨੂੰ ਅਜੇ ਦੱਸਣਾ ਪੈ ਰਿਹਾ ਆ। ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਸਾਨੂੰ ਕੁਝ ਚੰਗਾ ਦਿੱਤਾ ਆ। ਤੇ ਉਹਨਾਂ ਭਾਈ ਗੁਰਦਾਸ ਦੀਆਂ 12 ਵਿੱਚ ਹੀ ਜਿਹੜਾ ਗੁਰਬਾਣੀ ਦੀ ਵਿਚਾਰ ਨੂੰ ਉਹਨਾਂ ਨੇ ਭਾਈ ਗੁਰਦਾਸ ਜੀ ਨੇ ਆਪਣੀਆਂ 12 ਵਿੱਚ ਜਿਹੜਾ ਅੰਕਿਤ ਕੀਤਾ ਹੋਇਆ। ਗੁਰਬਾਣੀ ਦੀ ਕਸਵੱਟੀ ਉੱਤੇ ਭਾਈ ਗੁਰਦਾਸ ਦੀਆਂ 12 ਜਿਹੜੀਆਂ ਖਰੀਆਂ ਉਤਰਦੀਆਂ ਨੇ, ਕਿਉਂਕਿ ਭਾਈ ਗੁਰਦਾਸ ਜੀ ਨੇ ਬਾਣੀ ਆਪ ਹੱਥੀਂ ਖੁਦ ਲਿਖੀ ਹੋਈ ਆ ਤੇ ਉਹਨਾਂ ਨੇ ਫਿਰ ਉਸ ਬਾਣੀ ਦੇ ਮੁਤਾਬਕ ਹੀ ਉਦਾਹਰਨਾਂ ਲੈ ਕੇ ਮਨੁੱਖ ਦੇ ਜੀਵਨ ਨੂੰ ਵੀ ਸੇਧ ਦਿੱਤੀ ਆ। ਤੇ ਮਾਲਕ ਜੀ ਕਹਿੰਦੇ ਜੇਕਰ ਰੱਬ ਮਿਲਣਾ ਹੁੰਦਾ ਤੇ ਫਿਰ ਇਸ ਤਰ੍ਹਾਂ ਮਿਲ ਜਾਣਾ ਸੀ। ਕਹਿੰਦੇ ਬਾਲ ਵਧਾਈਆਂ ਪਾਈਆਂ ਬੜ ਜਟਾਂ ਪਲਾਸੀ। ਤੇ ਗੁਰੂ ਪਿਆਰ ਵਾਲਿਓ ਕਹਿੰਦੇ ਜੇਕਰ ਸਵਾ ਮਲਣ ਦੇ ਨਾਲ ਵੀ ਰੱਬ ਮਿਲਦਾ ਹੁੰਦਾ ਤੇ ਜਿਹੜਾ ਖੋਤਾ ਗਧਾ ਹੁੰਦਾ ਉਹ ਤਾਂ ਸਵਾਹ ਦੇ ਵਿੱਚ ਹੀ ਲੇਟਦਾ ਹੈ। ਕਹਿੰਦੇ ਫਿਰ ਰੱਬ ਉਹਨੂੰ ਮਿਲ ਜਾਣਾ ਸੀ। ਹੁਣ ਵੇਖੋ ਸਾਡੀ ਨਿਗਾਹ ਵਿੱਚ ਸਮਾਜ ਵਿੱਚ ਅਸੀਂ ਵਿਚਰਦੇ ਹਾਂ, ਕੋਈ ਸਰੀਰ ਤੇ ਸਵਾਹ ਮਲੀ ਫਿਰਦਾ ਆ, ਕੋਈ ਜਿਹੜਾ ਨਿਰਵਸਤਰ ਹੋ ਕੇ ਸਾਡੇ ਆਲੇ ਦੁਆਲੇ, ਜਿੱਥੇ ਤੁਸੀਂ ਕੁੰਭ ਦਾ ਮੇਲਾ ਵੇਖੋ ਉੱਥੇ ਵੇਖੋ ਕਿਵੇਂ ਨਿਰਵਸਤਰ ਹੋ ਕੇ। ਹੋਰ ਬੜੇ ਸਮਾਜ ਦੇ ਵਿੱਚ ਸਾਡੇ ਇਸ ਦੇਸ਼ ਦੇ ਅੰਦਰ ਬੜਾ ਕੁਝ ਚੱਲ ਰਿਹਾ ਆ। ਕੋਈ ਜਿਹੜਾ ਕਿਸ ਤਰ੍ਹਾਂ ਕੋਈ ਕਿਸ ਤਰ੍ਹਾਂ ਕਰਮਕਾਂਡ, ਕੋਈ ਪਖੰਡ ਕਰ ਰਿਹਾ, ਕੋਈ ਕਿਸ ਤਰ੍ਹਾਂ ਕਰ ਰਿਹਾ ਆ। ਭਾਵ ਕਿ ਉਹ ਲੋਕ ਅਗਿਆਨਤਾ ਵਿੱਚ ਫਸੇ ਹੋਏ ਆ। ਤੇ ਗੁਰੂ ਪਿਆਰ ਵਾਲਿਓ ਅਸੀਂ ਕਿੰਨੇ ਭਾਗਾਂ ਵਾਲੇ ਆ ਕਿ ਅਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਹੋਏ ਆ। ਉਸ ਮਹਾਨ ਗੁਰੂ ਦੇ ਨਾਲ ਜੁੜੇ ਹੋਏ ਜਿਹਨੇ ਸਾਨੂੰ ਸੋਝੀ ਬਖਸ਼ਿਸ਼ ਕੀਤੀ ਆ।
ਜਿਹੜਾ ਸਾਨੂੰ ਹਰ ਵੇਲੇ ਗਿਆਨ ਦਿੰਦਾ ਆ, ਜਿਹੜਾ ਗੁਰੂ ਸਾਨੂੰ ਹਰ ਵੇਲੇ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਦਾ ਆ। ਤੇ ਸਾਡਾ ਜੀਵਨ ਕਿੰਨਾ ਚੰਗਾ ਆ ਕਿ ਅਸੀਂ ਇਹੋ ਜਿਹੇ ਕਰਮ ਕਾਂਡਾਂ ਪਖੰਡਾਂ ਤੋਂ ਬਚੇ ਹੋਏ ਆ। ਭਾਵ ਕਿ ਜਿਹੜੇ ਲੋਕ ਸਮਾਜ ਦੇ ਵਿੱਚ ਕੋਈ ਆਪਣੇ ਸਰੀਰ ਨੂੰ ਦੁੱਖ ਦੇ ਰਿਹਾ, ਕੋਈ ਸਵਾਹ ਮਲ ਕੇ ਬੈਠਾ ਹੋਇਆ, ਕੋਈ ਕੰਨਾਂ ਨੂੰ ਮੁੰਦਰਾਂ ਪਾ ਕੇ ਬੈਠਾ ਹੋਇਆ, ਕੋਈ ਜਟਾਂ ਬਣਾ ਕੇ ਬੈਠਾ ਹੋਇਆ, ਉਹ ਕਿੱਦਾਂ ਰਹਿੰਦੇ ਲੋਕ, ਉਹਨਾਂ ਦਾ ਜੀਵਨ ਕਿਹੋ ਜਿਹਾ ਆ, ਉਹ ਕਿਹੋ ਜਿਹਾ, ਉਹ ਕਿਵੇਂ ਰੱਬ ਨੂੰ ਕਿਵੇਂ ਸਾਰੀ ਉਮਰ ਇੱਦਾਂ ਹੀ ਰਹਿੰਦੇ ਤੇ ਮਰ ਜਾਂਦੇ ਆ। ਨਾ ਉਹਨਾਂ ਨੂੰ ਰੱਬ ਮਿਲਦਾ, ਨਾ ਉਹ ਆਪਣੇ ਸਰੀਰ ਨੂੰ ਸਵਸਥ ਰੱਖ ਸਕਦੇ ਆ। ਤੇ ਮਾਲਕ ਜੀ ਕਹਿੰਦੇ ਨੇ ਕਿਤ ਦੁਆਰੇ ਪਾਈਏ, ਉਹਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ ਆ। ਪਾਤਸ਼ਾਹ ਜੀ ਜਵਾਬ ਦਿੰਦੇ, ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ। ਕਹਿੰਦੇ ਆਪਣਾ ਤਨ ਤੇ ਮਨ ਤੇ ਧਨ, ਇਹਨਾਂ ਤਿੰਨਾਂ ਨੂੰ ਕਿਹਨੂੰ ਸੌਂਪਦੇ? ਗੁਰੂ ਨੂੰ ਸੌਂਪਦੇ। ਤਨ ਕਿਵੇਂ ਸੌਂਪਣਾ ਆ? ਅਸੀਂ ਆਪਣਾ ਤਨ ਗੁਰੂ ਨੂੰ ਕਿਵੇਂ ਸੌਂਪਣਾ ਕਿ ਸਾਡਾ ਤਨ ਗੁਰੂ ਦੀ ਦਿੱਤੀ ਹੋਈ ਮੱਤ ਮੁਤਾਬਕ ਕੰਮ ਕਰਨਾ ਸ਼ੁਰੂ ਕਰੇ। ਅਸੀਂ ਇਸ ਤਨ ਦੇ ਨਾਲ ਕਿਸੇ ਦਾ ਭਲਾ ਕਰੀਏ, ਇਸ ਤਨ ਦੀ ਦੁਰਵਰਤੋਂ ਨਾ ਕਰੀਏ, ਇਸ ਤਨ ਦੇ ਨਾਲ, ਇਸ ਸਰੀਰ ਦੇ ਨਾਲ ਕਿਸੇ ਤੇ ਧੱਕਾ ਨਾ ਕਰੀਏ, ਜ਼ੁਲਮ ਨਾ ਕਰੀਏ, ਇਸ ਤਨ ਦੇ ਨਾਲ ਬੇਈਮਾਨੀ ਗਲਤ ਰਸਤਿਆਂ ਉੱਤੇ ਨਾ ਤੁਰੀਏ। ਇਹ ਜਿਹੜਾ ਸਾਨੂੰ ਤਨ ਮਿਲਿਆ ਨਾ, ਇਸ ਤਨ ਦੇ ਨਾਲ ਹਮੇਸ਼ਾ ਹੀ ਦੂਜਿਆਂ ਦਾ ਭਲਾ ਕਰੀਏ, ਦੂਜਿਆਂ ਦੇ ਪਰਉਪਕਾਰ ਕਰੀਏ। ਇਸ ਤਰ੍ਹਾਂ ਅਸੀਂ ਆਪਣੇ ਤਨ ਨੂੰ ਗੁਰੂ ਅੱਗੇ ਸਮਰਪਿਤ ਕਰਨਾ ਆ। ਗੁਰੂ ਪਿਆਰ ਵਾਲਿਓ, ਗੁਰੂ ਅੰਗਦ ਸਾਹਿਬ ਜੀ ਜਿਨ੍ਹਾਂ ਨੇ ਭਾਈ ਲਹਿਣਾ ਜੀ ਦੇ ਰੂਪ ਵਿੱਚ ਆਪਣਾ ਤਨ ਗੁਰੂ ਨੂੰ ਸਮਰਪਿਤ ਕਰ ਦਿੱਤਾ। ਜਦੋਂ ਅਸੀਂ ਆਪਣਾ ਤਨ ਨਾ ਗੁਰੂ ਨੂੰ ਸਮਰਪਿਤ ਕਰ ਦੇਵਾਂਗੇ, ਅਸੀਂ ਆਪਣੇ ਤਨ ਦੇ ਨਾਲ ਉਹੀ ਕੰਮ ਕਰਾਂਗੇ ਜਿਹੜੇ ਗੁਰੂ ਨੂੰ ਚੰਗੇ ਲੱਗਦੇ ਆ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਫਿਰ ਦੁਨੀਆ ਵਿੱਚ ਸਮਾਜ ਵਿੱਚ ਰਹਿ ਕੇ ਅਸੀਂ ਸੇਵਾ ਕਰਾਂਗੇ ਇਸ ਤਨ ਦੇ ਨਾਲ। ਇਸ ਤਨ ਦੇ ਨਾਲ ਉਹ ਕੰਮ ਨਹੀਂ ਕਰਾਂਗੇ ਜਿਹੜੇ ਗੁਰੂ ਨੂੰ ਚੰਗੇ ਨਹੀਂ ਲੱਗਦੇ। ਇਹ ਹੈ ਤਨ ਜਿਹੜਾ ਗੁਰੂ ਨੂੰ ਸੌਂਪਣਾ। ਮਨ ਗੁਰੂ ਅੱਗੇ ਸਮਰਪਿਤ ਕਰਦੇ। ਜਦੋਂ ਅਸੀਂ ਆਪਣਾ ਮਨ ਗੁਰੂ ਨੂੰ ਸੌਂਪ ਦਿੱਤਾ, ਫਿਰ ਗੁਰੂ ਪਿਆਰ ਵਾਲਿਓ ਸਾਡਾ ਮਨ ਗੁਰੂ ਦੀ ਮਰਜ਼ੀ ਮੁਤਾਬਕ ਚੱਲੇਗਾ। ਫਿਰ ਸਾਡੇ ਮਨ ਦੇ ਵਿੱਚ ਕੋਈ ਵਿਕਾਰ, ਕੋਈ ਮਾੜਾ ਖਿਆਲ ਨਹੀਂ ਆਵੇਗਾ। ਇਸ ਮਨ ਦੇ ਅੰਦਰ ਚੰਗੇ ਖਿਆਲ ਆਉਣਗੇ, ਇਸ ਮਨ ਦੇ ਵਿੱਚ ਸੋਹਣੇ ਖਿਆਲ, ਸੁੰਦਰ ਖਿਆਲ ਆਉਣਗੇ। ਇਹ ਮਨ ਜਿਹੜਾ ਫਿਰ ਭੈੜੀ ਮੱਤ ਲੈ ਕੇ ਨਹੀਂ ਚੱਲੇਗਾ, ਚੰਗੀ ਮੱਤ ਲੈ ਕੇ ਚੱਲੇਗਾ। ਫਿਰ ਜਦੋਂ ਵੀ ਇਸ ਮਨ ਵਿੱਚ ਕੋਈ ਖਿਆਲ ਵਿਚਾਰ ਆਵੇਗਾ, ਉਹਦੇ ਵਿੱਚ ਸਮਾਜ ਦਾ ਭਲਾ ਹੋਵੇਗਾ, ਸਾਡੇ ਆਪਣੇ ਜੀਵਨ ਦਾ, ਦੁਨੀਆ ਦਾ ਭਲਾ ਹੋਵੇਗਾ। ਇਹ ਹੈ ਮਨ ਨੂੰ ਗੁਰੂ ਅੱਗੇ ਸਮਰਪਿਤ ਕਰਨਾ, ਮਨ ਜਿਹੜਾ ਗੁਰੂ ਨੂੰ ਸੌਂਪਣਾ। ਧਨ ਕਿਵੇਂ ਗੁਰੂ ਨੂੰ ਸੌਂਪਣਾ? ਧਨ ਦਾ ਮਤਲਬ ਇਹ ਸੁਣੋ ਕਿ ਅਸੀਂ ਸਾਰਾ ਪੈਸਾ ਇਕੱਠਾ ਕਰਕੇ ਲਿਆ ਕੇ ਗੁਰੂ ਨੂੰ ਦੇ ਦਈਏ। ਧਨ ਦਾ ਮਤਲਬ ਕੀ ਆ? ਧਨ ਗੁਰੂ ਨੂੰ ਸਮਰਪਿਤ ਕਰਨਾ ਕਿ ਜਦੋਂ ਗੁਰੂ ਦੀ ਸਮਝ ਆ ਗਈ ਸਾਨੂੰ, ਅਸੀਂ ਉਸ ਧਨ ਦੇ ਨਾਲ ਸਮਾਜ ਦਾ, ਇਹ ਦੁਨੀਆ ਦਾ ਭਲਾ ਕਰਾਂਗੇ। ਉਸ ਧਨ ਨੂੰ ਗਲਤ ਜਗ੍ਹਾ ਤੇ ਨਹੀਂ ਵਰਤਾਂਗੇ, ਉਸ ਧਨ ਨੂੰ ਕਿਸੇ ਦੇ ਨੁਕਸਾਨ ਵਾਸਤੇ ਨਹੀਂ ਵਰਤਾਂਗੇ, ਉਸ ਧਨ ਨੂੰ ਸਿਰਫ ਆਪਣਾ ਸਵਾਰਥ ਪੂਰਾ ਕਰਨ ਵਾਸਤੇ ਨਹੀਂ ਵਰਤਾਂਗੇ। ਉਸ ਧਨ ਦੇ ਨਾਲ ਹਮੇਸ਼ਾ ਹੀ ਅਸੀਂ ਚੰਗੇ ਕੰਮ ਕਰਾਂਗੇ। ਉਸ ਧਨ ਦੇ ਨਾਲ ਜਿਹੜੇ ਬੇਰੁਜ਼ਗਾਰ ਆ, ਜਿਨ੍ਹਾਂ ਕੋਲ ਇੰਨੀ ਔਕਾਤ ਨਹੀਂ ਹੈ ਕਿ ਉਹ ਆਪਣਾ ਪ੍ਰਸ਼ਾਦਾ ਪਾਣੀ ਵੀ ਨਹੀਂ ਛਕ ਸਕਦੇ, ਆਪਣੀ ਰੋਟੀ ਵੀ ਨਹੀਂ ਖਾ ਸਕਦੇ, ਅਸੀਂ ਉਸ ਧਨ ਦੇ ਨਾਲ ਉਹਨਾਂ ਦਾ ਭਲਾ ਕਰਾਂਗੇ। ਗੁਰੂ ਪਿਆਰ ਵਾਲੇ ਬੜੇ ਲੋਕ ਆ ਸਮਾਜ ਦੇ ਵਿੱਚ ਜਿਹੜੇ ਜਿਨ੍ਹਾਂ ਕੋਲ ਪਹਿਨਣ ਵਾਸਤੇ ਕੱਪੜੇ ਨਹੀਂ ਹੈ, ਖਾਣ ਵਾਸਤੇ ਰਿਜ਼ਕ ਨਹੀਂ ਹੈ, ਰਹਿਣ ਵਾਸਤੇ ਘਰ-ਬਾਰ ਨਹੀਂ ਹੈ। ਬੜਾ ਸਮਾਜ ਵਿੱਚ ਸਾਨੂੰ ਬੜੇ ਇਹੋ ਜਿਹੇ ਲੋਕ ਮਿਲ ਜਾਂਦੇ ਨੇ। ਪਰ ਗੁਰੂ ਪਿਆਰ ਵਾਲੇ ਉਹਦੇ ਬਾਅਦ ਸਾਡੇ ਕੋਲ ਸਮਝ ਹੋਵੇ ਕਿ ਕਿਹਨੂੰ ਲੋੜ ਹੈ ਤੇ ਕਿਹਨੂੰ ਨਹੀਂ ਲੋੜ ਹੈ। ਇਹ ਸਾਨੂੰ ਉਸ ਵੇਲੇ ਵੇਖਣਾ ਪੈਣਾ ਹੈ। ਕਈ ਵਾਰੀ ਸਾਨੂੰ ਉਹ ਵੀ ਲੁੱਟ ਲੈਂਦੇ ਆ ਜਿਨ੍ਹਾਂ ਕੋਲ ਸਭ ਕੁਝ ਹੈ, ਅਸੀਂ ਉਹਨਾਂ ਨੂੰ ਰਜ਼ਾ ਦਿੰਦੇ ਆ, ਪਰ ਜਿਹਨਾਂ ਕੋਲ ਕੁਝ ਨਹੀਂ ਹੁੰਦਾ ਉਹ ਉਸੇ ਤਰ੍ਹਾਂ ਹੀ ਰਹਿ ਜਾਂਦੇ ਆ। ਤੇ ਇਸ ਧਨ ਦੇ ਨਾਲ ਹਮੇਸ਼ਾ ਹੀ ਜਿਹੜਾ ਲੋੜਵੰਦ ਹੈ, ਚਾਹੇ ਉਹ ਬੱਚਾ ਹੈ, ਜੇ ਪੜ੍ਹ ਨਹੀਂ ਸਕਦਾ, ਅਸੀਂ ਉਸ ਧਨ ਦੇ ਨਾਲ ਉਸ ਬੱਚੇ ਦੀ ਪੜ੍ਹਾਈ ਜਾਰੀ ਰੱਖੀਏ, ਉਹਨੂੰ ਤਨ ਦੇ ਵਸਤਰ ਲੈ ਦਈਏ। ਸਰਦੀਆਂ ਵਿੱਚ ਬੜੇ ਬੱਚੇ ਆ ਜਿਹੜੇ ਨੰਗੇ ਪੈਰੀ ਵੀ ਘੁੰਮਦੇ ਹੋਣਗੇ। ਤੇ ਗੁਰੂ ਪਿਆਰ ਬੜੇ ਇਹੋ ਜਿਹੇ ਸਮਾਜ ਦੇ ਵਿੱਚ ਲੋਕ ਜਿਹੜੇ ਗਰੀਬ ਆ, ਬੇਰੁਜ਼ਗਾਰ ਆ, ਜਿਨ੍ਹਾਂ ਨੂੰ ਆਪਣੇ ਜੀਵਨ ਨੂੰ ਪਾਲਣ ਵਿੱਚ ਬੜੀ ਮੁਸ਼ਕਲ ਆ ਰਹੀ। ਬੜਾ ਕੁਝ ਗੁਰੂ ਪਿਆਰ ਵਾਲਿਓ ਸਾਡੇ ਸਮਾਜ ਵਿੱਚ ਸੰਸਥਾਵਾਂ ਵੀ ਬੜੀਆਂ ਚੱਲ ਰਹੀਆਂ, ਬੜੀਆਂ ਭਲਾਈ ਦੇ ਕੰਮ ਕਰ ਰਹੀਆਂ। ਤੇ ਗੁਰੂ ਪਿਆਰ ਵਾਲੇ ਇਹ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ। ਇਹ ਹੈ ਗੁਰੂ ਨੂੰ ਸੌਂਪਣਾ। ਇਹ ਸਭ ਕੁਝ ਗੁਰੂ ਨੂੰ ਸੌਂਪ ਦੇ। ਭਾਵ ਇਹ ਸਾਰੇ ਜਿਹੜੇ ਨਾ
ਗੁਰੂ ਦੀ ਦਿੱਤੀ ਮੱਤ ਮੁਤਾਬਕ ਇਹਨਾਂ ਨੂੰ ਵਰਤੀਏ, ਇਹਨਾਂ ਦਾ ਜਿਹੜਾ ਅਸੀਂ ਇਹਨਾਂ ਦੀ ਵਰਤੋਂ ਕਰੀਏ, ਇਹਨਾਂ ਦਾ ਪ੍ਰਯੋਗ ਕਰੀਏ, ਇਹਨਾਂ ਨੂੰ ਸਮਾਜ ਵਿੱਚ ਲੈ ਕੇ ਆਈਏ। ਫਿਰ ਗੁਰੂ ਪਿਆਰ ਵਾਲਿਓ ਹੁਕਮ ਮੰਨਿਆ ਪਾਈਐ। ਮਾਲਕ ਜੀ ਕਹਿੰਦੇ ਫਿਰ ਤੂੰ ਮਾਲਕ ਦੇ ਹੁਕਮ ਨੂੰ ਮੰਨ, ਇਸ ਤਰ੍ਹਾਂ ਕਹਿੰਦੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲਵੇਂਗਾ। ਤੈਨੂੰ ਹੁਕਮ ਵੀ ਮੰਨਣਾ ਪੈਣਾ ਆ। ਸਤਿਗੁਰੂ ਜੀ ਦੀ ਬਾਣੀ ਦਾ ਬਚਨ ਆ, ਮਾਲਕ ਜੀ ਕਹਿੰਦੇ ਨੇ ਸੋਈ ਸਿਆਣਾ ਸੋ ਪਤਵੰਤਾ। ਕਹਿੰਦੇ ਉਹੀ ਸਿਆਣਾ ਆ, ਉਹੀ ਇੱਜ਼ਤ ਵਾਲੇ ਆ, ਪਤਵੰਤੇ ਆ, ਇੱਜ਼ਤ ਵਾਲੇ ਆ। ਕਹਿੰਦੇ ਹੁਕਮ ਲੱਗੈ ਜਿਸ ਮਿੱਠਾ ਜੀਓ। ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਦਾ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਆ। ਹੁਣ ਕਈਆਂ ਨੂੰ ਮਾਲਕ ਦਾ ਹੁਕਮ ਮਿੱਠਾ ਨਹੀਂ ਲੱਗਦਾ। ਜਦੋਂ ਘਰ ਦੇ ਵਿੱਚ ਕੋਈ ਜੀ ਚਲਾ ਜਾਵੇ ਨਾ, ਫਿਰ ਮਾਲਕ ਦਾ ਹੁਕਮ ਥੋੜ੍ਹਾ ਚੰਗਾ ਲੱਗਦਾ ਆ। ਉਹ ਵੀ ਤਾਂ ਰੱਬ ਦਾ ਭਾਣਾ ਹੀ ਆ। ਜਿੱਥੇ ਅਸੀਂ ਸਾਡੇ ਘਰ 'ਚ ਖੁਸ਼ੀ ਆਵੇ, ਅਸੀਂ ਕਹਿੰਦੇ ਇਹ ਤਾਂ ਰੱਬ ਦਾ ਹੁਕਮ ਆ ਜੀ, ਇਹ ਰੱਬ ਨੇ ਸਾਨੂੰ ਦਾਤਾਂ ਦਿੱਤੀਆਂ, ਉਹਦਾ ਸ਼ੁਕਰਾਨਾ ਆ। ਪਰ ਜਦੋਂ ਘਰ ਦੇ ਵਿੱਚ ਦੁੱਖ ਆ ਜਾਵੇ, ਫਿਰ ਅਸੀਂ ਕਹਿੰਦੇ ਇਹ ਰੱਬ ਨੇ ਤਾਂ ਸਾਡੇ ਨਾਲ ਬੈਰ ਕੱਟਿਆ, ਇਹ ਰੱਬ ਨੇ ਤਾਂ ਸਾਡੇ ਨਾਲ ਬੜਾ ਬੈਰ ਕਮਾਇਆ। ਹੁਣ ਭਾਣਾ ਸੀਗਾ, ਹੁਣ ਜੇਕਰ ਤੈਨੂੰ ਫਾਇਦਾ ਹੋਵੇ ਉਸ ਵੇਲੇ ਤੂੰ ਬੜੇ ਗੁਣ ਗਾਉਂਦਾ ਆ, ਜੇ ਤੈਨੂੰ ਨੁਕਸਾਨ ਹੋ ਜਾਵੇ ਤੇ ਉਸ ਵੇਲੇ ਤੇਰਾ ਜੀਵਨ, ਉਸ ਵੇਲੇ ਤੂੰ ਮਾਲਕ ਦੀ ਬੁਰਾਈ ਕਰਦਾ ਆ। ਤੇ ਗੁਰੂ ਪਿਆਰ ਵਾਲਿਓ ਚਾਹੇ ਦੁੱਖ ਆ ਚਾਹੇ ਸੁੱਖ ਆ, ਇਹ ਸਾਰਾ ਉਹਦਾ ਹੁਕਮ ਹੈ। ਪੜ੍ਹਦੇ ਨਾ ਕੇਤਿਆਂ ਦੁੱਖ ਭੂਖ ਸਦ ਮਾਰ, ਏ ਭੇ ਦਾਤ ਤੇਰੀ ਦਾਤਾਰ। ਕਿ ਦੁੱਖ ਭੁੱਖ ਜੀਵਨ 'ਚ ਆਉਂਦੇ ਨੇ, ਇਹ ਸਾਰੀਆਂ ਮਾਲਕ ਤੇਰੀਆਂ ਦਾਤਾਂ ਨੇ ਤੇ ਇਹਨਾਂ ਨੂੰ ਪ੍ਰਵਾਨ ਕਰਨਾ ਪੈਣਾ ਆ। ਮਨੁੱਖ ਨੂੰ ਜਿਹੜਾ ਇੱਜ਼ਤ ਪ੍ਰਵਾਨ ਆ, ਮਨੁੱਖ ਨੂੰ ਬੇਇੱਜ਼ਤੀ ਪ੍ਰਵਾਨ ਨਹੀਂ ਹੈ। ਮਨੁੱਖ ਨੂੰ ਲਾਭ ਕਹਿੰਦਾ ਮੇਰਾ ਹੋ ਜਾਵੇ ਪਰ ਨੁਕਸਾਨ ਨਾ ਹੋਵੇ। ਪਰ ਗੁਰੂ ਪਿਆਰ ਵਾਲਿਓ ਜੀਵਨ ਦੇ ਵਿੱਚ ਕਦੇ ਹੋ ਨਹੀਂ ਸਕਦਾ। ਜੇ ਤੈਨੂੰ ਲਾਭ ਹੁੰਦਾ ਉੱਥੇ ਨੁਕਸਾਨ ਵੀ ਹੋਵੇਗਾ, ਖੁਸ਼ੀ ਅਤੇ ਗਮੀਆਂ, ਦਿਨ ਤੇ ਰਾਤ ਆ, ਇਹ ਨਾਲੋਂ ਨਾਲ ਚੱਲਣੇ। ਪਰ ਇਹਦੇ ਵਿੱਚ ਤੈਨੂੰ ਰਹਿਣਾ ਗੁਰੂ ਦੀ ਮੱਤ ਦੁਆਰਾ ਆਵੇਗਾ। ਤੂੰ ਰਹਿਣਾ ਸਿੱਖ ਜਾਵੇਂਗਾ, ਮੁਸ਼ਕਲਾਂ ਦਾ ਸਾਹਮਣਾ ਕਰ ਸਿੱਖ ਜਾਵੇਂਗਾ ਜਦੋਂ ਉਹਦੇ ਬਾਣੀ ਨੂੰ ਮਿੱਠਾ ਕਰਕੇ ਮੰਨੇਗਾ। ਪਾਤਸ਼ਾਹ ਕਹਿੰਦੇ ਨੇ ਹੁਕਮ ਮੰਨਿਆ ਪਾਈਐ। ਕਹਿੰਦੇ ਉਹਦੇ ਹੁਕਮ ਨੂੰ ਮੰਨ, ਫਿਰ ਤੈਨੂੰ ਉਹ ਪ੍ਰਾਪਤ ਹੋਵੇਗਾ। ਮਾਲਕ ਜੀ ਬਚਨ ਕਰਦੇ ਨੇ ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਕਹਿੰਦੇ ਅਸਲ ਵਿੱਚ ਉਹੀ ਗੁਰੂ ਦਾ ਸਿੱਖ ਹੈ, ਜਿਹੜਾ ਸਾਕ ਸੰਬੰਧੀ ਹੈ, ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ ਆ। ਭਾਣਾ ਕੀ ਆ? ਉਹਦਾ ਹੁਕਮ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਆ। ਹੁਣ ਭਾਵੇਂ ਤੂੰ ਬਾਹਰੀ ਤੌਰ ਤੇ ਗੁਰੂ ਵਾਲਾ ਬਾਣਾ ਤਾਂ ਪਾ ਲਿਆ, ਪਰ ਜੇ ਤੂੰ ਗੁਰੂ ਦਾ ਹੁਕਮ ਨਹੀਂ ਮੰਨਦਾ ਫਿਰ ਤੂੰ ਸਿੱਖ ਨਹੀਂ ਹੋ ਸਕਦਾ। ਤੂੰ ਬਾਹਰੀ ਤੌਰ ਤੇ ਬਾਣਾ ਪਾ ਲਿਆ, ਭਾਵੇਂ ਸਿੱਖਾਂ ਵਾਲਾ ਬਾਣਾ ਪਾ ਲਿਆ, ਭਾਵੇਂ ਕਿਸੇ ਵੀ ਧਰਮ ਦਾ, ਜੇਕਰ ਤੂੰ ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ, ਜੀਵਨ 'ਚ ਗੁਣਾਂ ਨੂੰ ਲੈ ਕੇ ਨਹੀਂ ਆਉਂਦਾ, ਤੇ ਤੇਰਾ ਜੀਵਨ ਸਿੱਖਾਂ ਵਾਲਾ ਨਹੀਂ ਹੋ ਸਕਦਾ। ਪਾਤਸ਼ਾਹ ਜੀ ਕਹਿੰਦੇ ਨੇ ਉਹਦੇ ਹੁਕਮ ਨੂੰ, ਉਹਦੇ ਭਾਣੇ ਨੂੰ ਵੀ ਮੰਨ। ਮਾਲਿਕ ਜੀ ਕਹਿੰਦੇ ਹੁਕਮ ਮੰਨਿਓ ਗੁਰੂ ਕੇਰਾ। ਕਹਿੰਦੇ ਗੁਰੂ ਦਾ ਹੁਕਮ ਮੰਨਣਾ। ਕਿਹੜਾ ਹੁਕਮ ਮੰਨਣਾ? ਗਾਵੋ ਸੱਚੀ ਬਾਣੀ। ਕਹਿੰਦੇ ਸੱਚੀ ਬਾਣੀ ਗਾ, ਇਹ ਗੁਰੂ ਦਾ ਹੁਕਮ ਆ। ਗੁਰੂ ਦਾ ਹੁਕਮ ਕੀ ਆ? ਬਾਣੀ ਪੜ੍ਹ, ਗੁਰਬਾਣੀ ਨੂੰ ਗਾ, ਇਹਨੂੰ ਵਿਚਾਰ, ਇਹਨੂੰ ਜੀਵਨ 'ਚ ਵਸਾ। ਤੇ ਗੁਰੂ ਪਿਆਰ ਵਾਲਿਓ ਜਦੋਂ ਅਸੀਂ ਬਾਣੀ ਪੜ੍ਹਨ ਦਾ ਸਮਾਂ ਆਉਂਦਾ, ਅਸੀਂ ਤਾਂ ਭੱਜ ਜਾਂਦੇ ਆ, ਸਾਡੇ ਕੋਲ ਤਾਂ ਸਮੇਂ ਨਹੀਂ ਹੁੰਦਾ, ਸਾਡੇ ਕੋਲ ਤਾਂ ਬਹਾਨੇ ਬੜੇ ਕਰ ਲਏ ਜਾਂਦੇ ਆ। ਹੁਣ ਮੰਨ ਲਓ ਗੁਰੂ ਪਿਆਰ ਵਾਲਿਓ ਘਰ ਵਿੱਚ ਖੁਸ਼ੀ ਦਾ ਪ੍ਰੋਗਰਾਮ ਹੋਵੇ, ਕਿਤੇ ਵਿਆਹ ਸ਼ਾਦੀ ਤੇ ਜਾਣਾ ਹੋਵੇ, ਕਦੀ ਆਖਿਆ ਕਿ ਭਾਈ ਮੈਂ ਵਿਆਹ ਤੇ ਨਹੀਂ ਜਾਣਾ, ਉਸ ਵੇਲੇ ਤਾਂ ਮਹੀਨਾ ਪਹਿਲਾਂ ਹੀ ਤਿਆਰੀਆਂ ਹੋ ਜਾਂਦੀਆਂ ਨੇ। ਦੁਨੀਆ ਦੇ ਜਿਹੜੇ ਕਾਰਜ ਆ, ਦੁਨੀਆ ਦੇ ਰਸਮ ਰਿਵਾਜ ਨਿਭਾਉਣ ਵਾਸਤੇ ਸਾਡੇ ਕੋਲ ਸਮਾਂ ਬਹੁਤ ਹੈ, ਦੁਨੀਆ ਦੇ ਕੰਮ ਕਰਨ ਵਾਸਤੇ ਬੜਾ ਸਮਾਂ ਹੈ, ਪਰ ਇਹ ਸੱਚੀ ਬਾਣੀ ਗਾਉਣ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈ। ਗੁਰੂ ਪਿਆਰ ਵਾਲਿਓ ਇਹ ਵੀ ਗੁਰੂ ਦੀ ਨਿੰਦਿਆ ਆ। ਅਸੀਂ ਕਹਿੰਦੇ ਨਿੰਦਿਆ ਕਿ ਗੁਰੂ ਦੀ ਗੱਲ ਨਹੀਂ ਮੰਨਣੀ, ਇਹ ਗੁਰੂ ਦੀ ਨਿੰਦਿਆ ਆ। ਪਾਤਸ਼ਾਹ ਕਹਿੰਦੇ ਨੇ ਹੁਣ ਮੰਨ ਲਓ ਕੋਈ ਸਾਡੇ ਪਰਿਵਾਰ ਵਿੱਚ ਜੇਕਰ ਕੋਈ ਸਾਡੀ ਕੋਈ ਗੱਲ ਨਾ ਮੰਨੇ, ਸਾਡੀ ਕੋਈ ਵਿਚਾਰ ਨਾ ਮੰਨੇ, ਅਸੀਂ ਉਹਨੂੰ ਕਦੇ ਵੀ ਚੰਗਾ ਨਹੀਂ ਸਹੀ, ਤਾਂ ਕਿਸੇ ਦੀ ਗੱਲ ਹੀ ਨਹੀਂ ਮੰਨਦੇ ਤਾਂ ਆਖੇ ਨਹੀਂ ਲੱਗਦਾ। ਤੇ ਗੁਰੂ ਪਿਆਰ ਵਾਲਿਓ ਜੇ ਸਾਡੇ ਕੋਲ ਗੁਰੂ ਦੀ ਬਾਣੀ ਪੜ੍ਹਨ ਵਾਸਤੇ ਸਮਾਂ ਨਹੀਂ ਹੈ, ਗੁਰੂ ਦੀ ਗੱਲ ਨਹੀਂ ਮੰਨਣੀ, ਹੁਕਮ ਨਹੀਂ ਮੰਨਣਾ, ਇਹ ਗੁਰੂ ਦੀ ਨਿੰਦਿਆ ਅਸੀਂ ਕਰ ਰਹੇ ਹਾਂ। ਇਹਦਾ ਮਤਲਬ ਗੁਰੂ ਸਾਡੇ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ ਜੀਵਨ 'ਚ, ਗੁਰੂ ਦੀਆਂ ਵਿਚਾਰਾਂ ਸਾਡੇ ਜੀਵਨ ਵਿੱਚ ਕੋਈ ਕੀਮਤ ਹੀ ਨਹੀਂ। ਗੱਲ ਤਾਂ ਉਹਦੀ ਨਹੀਂ ਮੰਨੀ ਜਾਂਦੀ ਜਿਹਦੀ ਕੋਈ ਕਦਰ ਨਹੀਂ ਹੁੰਦੀ, ਜਿਹਦੀ ਕੋਈ ਜ਼ਿੰਦਗੀ 'ਚ ਕੀਮਤ ਨਹੀਂ ਹੁੰਦੀ। ਤੇ ਇਹਦਾ ਅਰਥ ਇਹ ਹੈ ਕਿ ਅਸੀਂ ਗੁਰੂ ਦੀ ਗੱਲ ਨਾ ਮੰਨ ਕੇ ਅਸੀਂ ਕਹਿੰਦੇ ਭਾਈ ਮਾਲਕ ਜੀ ਤੁਹਾਡੀ ਸਾਡੀ ਜ਼ਿੰਦਗੀ ਅੰਦਰ ਕੋਈ ਕੀਮਤ ਨਹੀਂ ਹੈ,
ਸਾਡੇ ਜੀਵਨ ਵਿੱਚ ਤੁਹਾਡੀ ਕੋਈ ਕਦਰ ਨਹੀਂ ਹੈ, ਅਸੀਂ ਤੁਹਾਡੀ ਵਿਚਾਰ ਨੂੰ ਨਹੀਂ ਮੰਨ ਸਕਦੇ। ਪਰ ਗੁਰੂ ਪਿਆਰ ਵਾਲਿਓ, ਭਲਾ ਤਾਂ ਗੁਰੂ ਦੇ ਹੁਕਮ ਨੂੰ ਮੰਨਣ ਦੇ ਨਾਲ ਹੀ ਹੋਣਾ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਹੇ ਗੁਰਸਿੱਖ ਮਿੱਤਰੋ, ਗੁਰੂ ਦੇ ਦੱਸੇ ਹੋਏ ਮਾਰਗ ਉੱਤੇ ਚੱਲੋ। ਪਾਤਸ਼ਾਹ ਜੀ ਕਹਿੰਦੇ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਹਿੰਦੇ ਜੋ ਗੁਰੂ ਕਹਿੰਦਾ ਉਹਨੂੰ ਜੀਵਨ 'ਚ ਭਲਾ ਕਰਕੇ ਮੰਨ, ਤੇਰਾ ਜੀਵਨ ਨਿਰਾਲਾ ਸੋਹਣਾ ਬਣ ਜਾਵੇਗਾ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਹੁਣ ਇਹ ਵੀ ਗੁਰੂ ਦਾ ਹੁਕਮ ਸੀ ਕਿ ਭਲਿਆ ਤੂੰ ਜੀਵਨ 'ਚ ਗੁਰੂ ਦੀ ਮੱਤ ਨੂੰ ਛੱਡ ਕੇ ਹੋਰ ਕਰਮ ਕਾਂਡ ਵਹਿਮਾਂ ਭਰਮਾਂ 'ਚ ਨਹੀਂ ਪੈਣਾ। ਇਹ ਵੀ ਗੁਰੂ ਦਾ ਹੁਕਮ ਆ। ਪਾਤਸ਼ਾਹ ਕਹਿੰਦੇ ਨੇ, ਜਬ ਇਹ ਗਹਿ ਵਿਪਰਨ ਕੀ ਰੀਤ। ਕਹਿੰਦੇ ਜਦੋਂ ਇਹ ਵਿਪਰ ਦੇ ਰਸਮਾਂ ਰਿਵਾਜਾਂ ਵਿੱਚ ਫਸ ਜਾਂਦਾ ਆ, ਮਾਲਿਕ ਜੀ ਕਹਿੰਦੇ ਮੈਂ ਨਾ ਕਰੋ ਇਨ ਕੀ ਪ੍ਰਤੀਤ। ਕਹਿੰਦੇ ਮੈਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ, ਕੋਈ ਵਿਸ਼ਵਾਸ ਨਹੀਂ। ਜਿਨ੍ਹਾਂ ਨੂੰ ਇੱਕ ਤੇ ਭਰੋਸਾ ਨਹੀਂ ਹੈ ਤੇ ਮੈਂ ਉਹਨੂੰ ਕਿਸੇ ਮੇਰਾ ਵੀ ਜਿਹੜਾ ਭਰੋਸਾ ਉਹਨਾਂ ਉੱਤੇ ਨਹੀਂ ਹੈ। ਮਾਲਿਕ ਜੀ ਕਹਿੰਦੇ ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹਿੰਦੇ ਸੱਚ ਦੀ ਬਾਣੀ ਗਾਵੋ। ਇਹ ਜਿਹੜੀ ਬਾਣੀ ਸਦਾ ਰਹਿਣ ਵਾਲੀ ਆ, ਇਹ ਬਾਣੀ ਝੂਠੀ ਨਹੀਂ ਹੈ। ਇਸ ਗੁਰਬਾਣੀ ਦੇ ਵਿੱਚ ਕੀ ਨਹੀਂ ਲਿਖਿਆ, ਝੂਠ ਨਹੀਂ ਲਿਖਿਆ ਹੋਇਆ। ਇਹਦੇ ਵਿੱਚ ਜੋ ਲਿਖਿਆ ਗਿਆ ਸੱਚ ਲਿਖਿਆ ਗਿਆ, ਜਿਹੜਾ ਸਦਾ ਰਹਿਣ ਵਾਲਾ ਆ। ਗੁਰੂ ਪਿਆਰ ਵਾਲਿਓ, ਇਸ ਗੁਰਬਾਣੀ ਨੂੰ ਗੁਰੂ ਸਾਹਿਬਾਨਾਂ ਨੇ ਪਹਿਲਾਂ ਜੀਵਨ 'ਚ ਉਹਨਾਂ ਨੇ ਕਮਾਇਆ ਆ, ਫਿਰ ਉਹਨਾਂ ਨੇ ਕਮਾਇਆ, ਫਿਰ ਸਾਨੂੰ ਉਪਦੇਸ਼ ਕੀਤਾ ਕਿ ਭਾਈ ਜੇ ਤੁਸੀਂ ਵੀ ਕਮਾਵੋਗੇ ਤੁਹਾਡਾ ਜੀਵਨ ਵੀ ਨਿਖਰ ਜਾਵੇਗਾ, ਸੋਹਣਾ ਬਣ ਜਾਵੇਗਾ। ਸਤਿਗੁਰ ਨੇ ਉਹੀ ਵਿਚਾਰ, ਉਹੀ ਬਚਨ ਇਸ ਬਾਣੀ ਦੇ ਵਿੱਚ ਲਿਖੇ ਹੋਏ ਜਿਹੜੇ ਉਹਨਾਂ ਨੇ ਜੀਵਨ 'ਚ ਕਮਾਏ ਹੋਏ ਆ। ਪਹਿਲਾਂ ਉਹਨਾਂ ਨੇ ਇਹਨਾਂ ਉੱਤੇ ਅਮਲ ਕੀਤਾ, ਤੁਰ ਕੇ ਵਿਖਾਇਆ ਆ, ਫਿਰ ਸਾਨੂੰ ਉਪਦੇਸ਼ ਕਰ ਰਹੇ ਨੇ। ਇਹ ਸੁਣੀਆਂ ਸੁਣਾਈਆਂ ਗੱਲਾਂ ਸਤਿਗੁਰ ਨਹੀਂ ਕਰ ਰਹੇ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ। ਕਹੈ ਨਾਨਕ ਸੁਣੋ ਸੰਤੋ। ਮਾਲਿਕ ਜੀ ਕਹਿੰਦੇ ਨੇ, ਨਾਨਕ ਆਖਦਾ ਆ ਕਿ ਹੇ ਭਾਈ ਸੰਤ ਜਣੋ ਸੁਣੋ, ਕਥਿਓ ਅਕਥ ਕਹਾਣੀ। ਕਹਿੰਦੇ ਉਸ ਅਕਥ ਬੇਅੰਤ ਗੁਣਾ ਵਾਲੇ ਪਰਮਾਤਮਾ ਦੀਆਂ ਕਹਾਣੀਆਂ ਸੁਣੀਏ ਤੇ ਸੁਣਾਈਏ। ਆਓ ਰਲ ਮਿਲ ਕੇ ਬੈਠੀਏ, ਗੁਰਬਾਣੀ ਪੜ੍ਹੀਏ ਤੇ ਵਿਚਾਰੀਏ ਤੇ ਜੀਵਨ 'ਚ ਵਸਾਈਏ। ਇਹਦੇ ਨਾਲ ਸਾਡਾ ਜੀਵਨ ਵਿੱਚ ਭਲਾ ਹੋਵੇਗਾ। ਸੋ ਸਤਿਗੁਰੂ ਜੀ ਕਿਰਪਾ ਰਹਿਮਤ ਕਰਨ ਕਿ ਅਸੀਂ ਆਪਣੇ ਜੀਵਨ ਵਿੱਚ ਆਪਣਾ ਤਨ, ਮਨ ਤੇ ਧਨ ਇਹ ਗੁਰੂ ਨੂੰ ਸਮਰਪਿਤ ਕਰ ਦਈਏ। ਭਾਵ ਗੁਰੂ ਦੀ ਮੱਤ ਮੁਤਾਬਕ ਇਹਨਾਂ ਦੀ ਵਰਤੋਂ ਕਰੀਏ, ਗੁਰੂ ਦੀ ਸਮਝ ਮੁਤਾਬਕ ਇਹਨਾਂ ਨੂੰ ਸਮਾਜ ਵਿੱਚ ਲੈ ਕੇ ਆਈਏ ਤੇ ਇਹਨਾਂ ਨੂੰ ਵਰਤੀਏ, ਇਹਨਾਂ ਦਾ ਜੀਵਨ ਦੇ ਵਿੱਚ ਪ੍ਰਯੋਗ ਕਰੀਏ, ਇਹਨੂੰ ਆਪਣੇ ਜੀਵਨ ਵਿੱਚ ਵਰਤੀਏ, ਹਿੱਸਾ ਬਣਾਈਏ। ਫਿਰ ਸਾਡਾ ਜੀਵਨ ਜਿਹੜਾ ਮਾਲਕ ਪ੍ਰਭੂ ਦੇ ਨਾਲ ਜੁੜ ਜਾਵੇਗਾ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਸਤਿਗੁਰੂ ਜੀ ਕਿਰਪਾ ਕਰਨ। ਵਿਚਾਰਾਂ ਕਰਦਿਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।